ਧੰਨ ਵਾਹਿਗੁਰੂ ਜੀਓ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਣੈ, ਜੜ ਥੜ ਮਹੀਅਲ ਸੋਇ। ਬੇਸ਼ੁਮਾਰ ਅਥਾਹ ਅਗਨ ਤੇ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਧੰਨ ਵਾਹਿਗੁਰੂ ਜੀਓ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਭਉ ਭਾਠੀ ਮਨ ਧਾਰਾ। ਸੁਖ ਮਨ ਨਾਰੀ ਸਹਜ ਸਮਾਨੀ, ਪੀਵੈ ਪੀਵਨ ਹਾਰਾ। ਔਧੂ ਮੇਰਾ ਮਨ ਮਤਵਾਰਾ, ਪੁਨ ਮਦ ਚੜਾ ਮਦਨ ਰਸ ਚਾਖਿਆ। ਤ੍ਰਿਭਵਨ ਭਇਆ ਉਜਿਆਰਾ ਰਹਾਉ। ਦੁਇ ਪੁਰ ਜੋਰ ਰਸਾਈ ਭਾਠੀ, ਪੀਓ ਮਹਾਰਸ ਭਾਰੀ। ਕਾਮ ਕ੍ਰੋਧ ਦੁਇ ਕੀਏ ਜਲੇਤਾ, ਛੂਟ ਗਈ ਸੰਸਾਰੀ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ, ਸਤਿਗੁਰ ਤੇ ਸੁਧ ਪਾਈ। ਦਾਸ ਕਬੀਰ ਤਾਸ ਮਦ ਮਾਤਾ, ਉਚਕ ਨ ਕਬਹੂ ਜਾਇ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ, ਸਤਿਗੁਰ ਤੇ ਸੁਧ ਪਾਈ। ਦਾਸ ਕਬੀਰ ਤਾਸ ਮਦ ਮਾਤਾ, ਉਚਕ ਨ ਕਬਹੂ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਬਦ ਸਰੂਪ ਚਵਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ
ਆਪਾਂ ਸਭਨਾਂ ਨੂੰ ਹੀ ਸਤ ਸੰਗਤ ਰੂਪ ਵਿੱਚ ਆਪਣੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਦਾਨ ਕੀਤਾ ਹੈ, ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੀ ਨਿਮਰਤਾ ਸਹਿਤ ਇਕਾਗਰਤਾ ਨਾਲ ਸਰਵਣ ਕੀਤੇ ਹਨ। ਮਹਾਰਾਜ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਉਹਨਾਂ ਦੇ ਸ਼ਬਦ, ਜਿਸ ਦੀ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਲੜੀਵਾਰ ਵਿਚਾਰ ਕਰਨ ਦਾ ਗੁਰੂ ਬਖਸ਼ਿਸ਼ ਦਾ ਸਦਕਾ ਯਤਨ ਕਰਦੇ ਹਾਂ। ਸੋ ਇਸੇ ਲੜੀ ਤਹਿਤ ਆਪ ਜੀ ਨੇ ਰਾਗ ਰਾਮਕਲੀ ਦੇ ਵਿੱਚ ਦਰਜ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਜੋਗ ਮਤ ਦੇ ਵਿੱਚ ਨਸ਼ੇ ਨੂੰ ਵਿਵਰਜਿਤ ਨਹੀਂ ਮੰਨਿਆ ਜਾਂਦਾ, ਭਾਵ ਉਸ ਦੀ ਮਨਾਹੀ ਨਹੀਂ। ਜੋਗੀਆਂ ਦੇ ਕਈ ਜਥੇ, ਕਈ ਫਿਰਕੇ, ਉਹਨਾਂ ਦੇ ਕਈ ਸੰਪਰਦਾਇ ਵਿਸ਼ੇਸ਼, ਵੈਸੇ ਜੋਗੀਆਂ ਦੇ 12 ਪੰਥ ਹਨ ਅਤੇ ਉਹਨਾਂ ਦੇ ਕਈ ਟੋਲਿਆਂ ਵਿੱਚ ਇਸ ਗੱਲ ਦੀ ਖੁੱਲ੍ਹ ਹੈ ਕਿ ਨਸ਼ਾ ਆਦਿਕ ਕਰਕੇ ਆਪਣੀ ਬਿਰਤੀ ਨੂੰ ਟਿਕਾਉਣ ਦਾ ਆਹਰ ਕੀਤਾ ਜਾਣਾ ਚਾਹੀਏ। ਭਾਵ ਜਦੋਂ ਤੁਹਾਡਾ ਦਿਮਾਗ ਨਰਵਸ ਹੋ ਜਾਂਦਾ ਹੈ, ਤੁਸੀਂ ਜਿਵੇਂ ਧਤੂਰਾ ਆਦਿਕ, ਭੰਗ ਆਦਿਕ, ਇੱਥੋਂ ਤੱਕ ਸ਼ਰਾਬ ਆਦਿਕ ਦਾ ਸੇਵਨ ਵੀ ਉਹ ਇਸ ਕਾਰਨ ਕਰਦੇ ਹਨ ਕਿ ਇਸ ਨਾਲ ਸਾਨੂੰ ਆਸੇ-ਪਾਸੇ ਦੀ ਸੁੱਧ ਭੁੱਲ ਜਾਂਦੀ ਹੈ ਤੇ ਮਨ ਨੂੰ ਹਰ ਤਰ੍ਹਾਂ ਦੇ ਫੁਰਨਿਆਂ ਤੇ ਖਿਆਲਾਂ ਤੋਂ ਰਹਿਤ ਰੱਖਿਆ ਜਾ ਸਕਦਾ ਹੈ ਅਤੇ ਸਾਡੇ ਸਮਾਧੀ ਅਤੇ ਤਾੜੀ ਲਾਉਣ ਦੇ ਵਿੱਚ ਇਹ ਇੱਕ ਸਹਾਇਕ ਵਜੋਂ ਕੰਮ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਹਾਰਾਜ ਨੇ ਅਜਿਹੀਆਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੱਤੀ, ਬਲਕਿ ਇਸ ਦਾ ਖੰਡਨ ਕੀਤਾ ਹੈ। ਸਤਿਗੁਰੂ ਜੀ ਨੇ ਉਹਨਾਂ ਅਦੁੱਤੀ ਗੁਣਾਂ ਦੀ ਗੱਲ ਕੀਤੀ ਹੈ ਜਿਹੜੇ ਮਨੁੱਖ ਦੇ ਕਿਰਦਾਰ ਨੂੰ ਸ਼ਿੰਗਾਰਦੇ ਅਤੇ ਸਵਾਰਦੇ ਹਨ। ਰਹੀ ਗੱਲ ਮਨ ਦੇ ਟਿਕਾਊ ਦੀ, ਹਜ਼ੂਰ ਦੀ ਬਾਣੀ ਦਾ ਇਹ ਨਿਰਣਾ ਹੈ ਕਿ ਮਨ ਕੀ ਹੈ। ਮਨ ਖਿਆਲਾਂ ਦਾ, ਫੁਰਨਿਆਂ ਦਾ, ਵਿਚਾਰਾਂ ਦਾ ਸੰਗ੍ਰਹਿ ਹੈ, ਘਰ ਹੈ, ਜਿਸ ਵਿੱਚ ਸੰਕਲਪ ਅਤੇ ਵਿਕਲਪ ਪੈਦਾ ਹੁੰਦੇ ਹਨ। ਮਨੁੱਖ ਆਪਣੇ ਮਨ ਦੀ ਬਣਤਰ ਨੂੰ ਬਦਲ ਕੇ ਹੀ ਇਸ ਨੂੰ ਟਿਕਾ ਵਿੱਚ ਲਿਆ ਸਕਦਾ ਹੈ। ਭਾਵ ਭੈੜੇ ਫੁਰਨਿਆਂ ਨੂੰ ਦੂਰ ਕਰਨ ਦਾ ਇੱਕ ਅਭਿਆਸ ਹੈ। ਮਨੁੱਖ ਚੰਗੇ ਖਿਆਲਾਂ ਦਾ ਧਾਰਨੀ ਹੋਵੇ, ਚੰਗੀ ਸੰਗਤ ਕਰੇ, ਚੰਗੇ ਵਿਚਾਰ ਆਪਣੇ ਅੰਦਰ ਟਿਕਾਉਣ ਦਾ ਯਤਨ ਕਰੇ। ਇੱਕ ਕਸ਼ਮਕਸ਼ ਹੈ ਜਿਹੜੀ ਆਪਣੇ ਆਪ ਨਾਲ ਕੀਤੀ ਜਾਣੀ ਇੱਕ ਸੰਘਰਸ਼ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਸੋ ਮੰਦੇ ਫੁਰਨਿਆਂ ਤੋਂ ਰਹਿਤ ਮਨ ਦਾ ਹੋਣਾ ਇਹ ਇੱਕ ਆਪਣੀ ਨਿੱਜੀ ਕਮਾਈ ਹੈ। ਜਿਉਂ-ਜਿਉਂ ਮਨੁੱਖ ਚੰਗੇ ਕਰਮ ਦੇ ਅਭਿਆਸ ਵਿੱਚ ਪੈਂਦਾ ਹੈ, ਗਿਆਨ ਦੇ ਅਭਿਆਸ ਵਿੱਚ ਪੈਂਦਾ ਹੈ, ਮਨੁੱਖ ਆਪਣੀ ਬਿਰਤੀ ਨੂੰ ਮੈਲ ਤੋਂ ਰਹਿਤ ਕਰਨ ਦੇ ਅਭਿਆਸ ਵਿੱਚ ਪੈਂਦਾ ਹੈ, ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਚੰਗੀ ਸੰਗਤ ਕਰਦਾ ਹੈ, ਗੁਣਾਂ ਦਾ ਉਪਦੇਸ਼ ਗ੍ਰਹਿਣ ਕਰਦਾ ਹੈ, ਤਿਉਂ-ਤਿਉਂ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਦੇ ਭਵ ਸਾਗਰ ਵਿੱਚੋਂ ਕੱਢ ਕੇ ਟਿਕਾਉਣ ਦਾ ਆਹਰ ਕਰਦਾ ਰਹਿੰਦਾ ਹੈ। ਗੁਰ ਕੈ ਸ਼ਬਦ ਬਨਾਵੋ ਇਹ ਮਨ, ਭਾਵ ਗੁਰੂ ਦੇ ਸ਼ਬਦ ਦੀ ਬਰਕਤ ਅਤੇ ਪ੍ਰਭਾਵ ਦੇ ਨਾਲ ਇਸ ਮਨ ਦੀ ਬਣਤਰ ਨੂੰ ਸਵਾਰ ਲਓ। ਤੋ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਉਹਨਾਂ ਵਿਰਕਤ ਜੋਗੀਆਂ ਦੇ ਪ੍ਰਥਾਏ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਇਸ ਦੇ ਨਾਲ ਹੀ ਰਲਦਾ ਇੱਕ ਸ਼ਬਦ ਆਪਾਂ ਪਹਿਲੋਂ ਵਿਚਾਰਿਆ, ਕਾਇਆ ਕਲਾਲਨ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ, ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ। ਔਰ ਹਜ਼ੂਰ ਨੇ ਫਰਮਾਇਆ ਸੀ, ਕੋਈ ਹੈ ਰੇ ਸੰਤ ਸਹਿਜ ਸੁਖ ਦਾਤਾ,
सहज सुख अंतर जाको जप तप द्यों दलाली ले, एक बूंद भर तन मन देवों जो मद दे कलाली रे। ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਮੁਬਾਰਕ ਸ਼ਬਦ ਵੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਸਾਹਿਬ ਸਤਿਗੁਰੂ ਮਹਾਰਾਜ ਨੇ ਉਹਨਾਂ ਅਦੁੱਤੀ ਗੁਣਾਂ ਦਾ ਉਪਦੇਸ਼ ਸਾਨੂੰ ਦਿੱਤਾ ਹੈ, ਜਿਹੜੇ ਗੁਣ ਸਾਡੇ ਕਿਰਦਾਰ ਵਿਹਾਰ ਆਚਾਰ ਨੂੰ ਸਵਾਰਦੇ ਨੇ, ਸਾਡੀ ਬਿਰਤੀ ਦੇ ਟਿਕਾਓ ਦਾ ਨੀਂਵ ਬਣਦੇ ਨੇ ਔਰ ਸਮਾਜ ਅਤੇ ਸੰਸਾਰ ਨੂੰ ਵੀ ਵੱਡੀ ਦੇਣ ਦਿੰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਔਧੂ ਸ਼ਬਦ ਦਾ ਅਰਥ ਹੈ ਹੇ ਵਿਰਕਤ ਜੋਗੀ, ਮੇਰਾ ਮਨ ਮਤਵਾਰਾ। ਭਾਈ ਤੂੰ ਤਾਂ ਸਮਾਧੀ ਲਾਉਣ ਵਾਸਤੇ, ਮਨ ਨੂੰ ਸਥਿਤ ਕਰਨ ਵਾਸਤੇ, ਟਿਕਾਉਣ ਵਾਸਤੇ ਬਾਹਰੀ ਨਸ਼ਿਆਂ ਦਾ ਸਹਾਰਾ ਲੈਣਾ, ਪਰ ਵੇਖ ਬਿਨਾਂ ਕਿਸੇ ਬਾਹਰ ਦੇ ਐਸੇ ਨਖਿੱਧ ਨਸ਼ੇ ਦਾ ਸੇਵਨ ਕੀਤਿਆਂ ਮੇਰਾ ਮਨ ਸਦਾ ਮਸਤੀ ਵਿੱਚ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਆਸੇ ਪਾਸੇ ਦੇ ਭੈੜੇ ਪ੍ਰਭਾਵ ਤੋਂ ਸਦਾ ਹੀ ਬੇਪਰਵਾਹ ਤੇ ਬੇਨਿਆਜ਼ ਰਹਿੰਦਾ ਹੈ। ਵੇਖ ਮੇਰਾ ਮਨ ਕਿਸੇ ਵਿਕਾਰ ਦੀ, ਕਿਸੇ ਮੰਦ ਭਾਵਨਾ ਦੀ ਮੁਥਾਜੀ ਨਹੀਂ ਕਰਦਾ। ਔਧੂ ਮੇਰਾ ਮਨ ਮਤਵਾਰਾ, ਮਨ ਸਦਾ ਹੀ ਮਸਤ ਹੈ, ਚੜ੍ਹਦੀ ਕਲਾ ਵਿੱਚ ਹੈ, ਵਿਕਾਰਾਂ ਵੱਲੋਂ ਬੇਪਰਵਾਹ ਹੈ, ਹਰ ਤਰ੍ਹਾਂ ਦੇ ਭੈੜੇ ਪ੍ਰਭਾਵ ਤੋਂ ਮੁਕਤ ਹੈ। ਪੁੱਛੀਏ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੂੰ ਕਿ ਤੁਸਾਂ ਕਿਹੜੀ ਚੀਜ਼ ਦਾ ਸਹਾਰਾ ਲਿਆ, ਤੁਸਾਂ ਕਿਹੜੀ ਵਸਤੂ ਦਾ ਆਸਰਾ ਲਿਆ। ਆਪਣੇ ਮਨ ਨੂੰ ਆਸੇ ਪਾਸੇ ਦੇ ਬੁਰੇ ਪ੍ਰਭਾਵ ਤੋਂ ਰਹਿਤ ਕਰਨ ਲਈ, ਮਨ ਨੂੰ ਬੇਮੁਥਾਜ ਕਰਨ ਲਈ, ਮਨ ਨੂੰ ਬੇਪਰਵਾਹ ਬਣਾਉਣ ਲਈ, ਮਨ ਨੂੰ ਇਸ ਭੈੜੇ ਪ੍ਰਭਾਵ ਤੋਂ ਰਹਿਤ ਰੱਖਣ ਲਈ ਤਾਂ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਫਰਮਾਇਆ ਹੈ ਉਹਨਾਂ ਨੇ ਇਸ ਸ਼ਬਦ ਅੰਦਰ, ਕਹਿੰਦੇ ਹਨ, ਉਨਮਦ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਭਇਆ ਉਜਿਆਰਾ। ਉਨਮਦ ਦਾ ਮਤਲਬ ਹੈ ਮਸਤੀ ਵਿੱਚ, ਮੇਰਾ ਮਨ ਸਦਾ ਹੀ ਮਸਤੀ ਵਿੱਚ ਰਹਿੰਦਾ। ਇਹ ਕੋਈ ਐਸਾ ਨਹੀਂ ਵੀ ਜਿੰਨਾ ਚਿਰ ਮਨੁੱਖ ਬਾਹਰ ਦਾ ਕੋਈ ਪਦਾਰਥ, ਬਾਹਰ ਦੀ ਕੋਈ ਵਸਤੂ ਸੇਵਨ ਕਰ ਲੈ, ਖਾ ਲੈ, ਮਨ ਦਿਮਾਗ ਉਹਨਾਂ ਚਿਰ ਨਰਵਸ ਰਹੇ, ਅਤੇ ਜਦੋਂ ਉਸ ਨਸ਼ੇ ਦਾ ਪ੍ਰਭਾਵ ਘਟੇ ਅਤੇ ਫਿਰ ਤਲਬ ਜਾਗੇ ਅਤੇ ਬੰਦਾ ਫਿਰ ਕਿਸੇ ਚੀਜ਼ ਦਾ ਸੇਵਨ ਕਰੇ, ਜਾਨੀ ਬਾਹਰ ਦੇ ਸਹਾਰੇ ਭਾਲੇ। ਕਬੀਰ ਜੀ ਕਹਿੰਦੇ ਮੇਰਾ ਮਨ ਸਦਾ ਹੀ ਅਜਿਹੀ ਮਸਤੀ ਵਿੱਚ ਟਿਕਿਆ ਰਹਿੰਦਾ ਹੈ। ਇਹ ਮਸਤੀ ਕਦੇ ਟੁੱਟਦੀ ਨਹੀਂ, ਇਹ ਪ੍ਰਭਾਵ ਕਦੇ ਮੱਠਾ ਨਹੀਂ ਪੈਂਦਾ, ਔਰ ਨਾ ਹੀ ਕਿਸੇ ਬਾਹਰੀ ਵਸਤੂ ਦਾ ਮੈਨੂੰ ਸਹਾਰਾ ਲੈਣਾ ਪੈਂਦਾ। ਮਦਨ ਰਸ ਚਾਖਿਆ, ਕਹਿੰਦੇ ਨੇ ਮਸਤ ਕਰ ਦੇਣ ਵਾਲਾ ਮੈਂ ਇੱਕ ਐਸਾ ਰਸ ਚਖਿਆ, ਐਸਾ ਅੰਮ੍ਰਿਤ ਪੀਤਾ ਹੈ, ਜਿਸ ਦੀ ਬਰਕਤ ਨਾਲ ਤ੍ਰਿਭਵਨ ਭਇਆ ਉਜਿਆਰਾ। ਤਿੰਨਾਂ ਭਵਨਾਂ ਵਿੱਚ ਜਿਹੜੀ ਜੋਤ ਦਾ ਪ੍ਰਕਾਸ਼ ਹੈ, ਭਾਵ ਉਹ ਪਰਮ ਸੱਤਾ ਪਰਮੇਸ਼ਰ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ। ਜਿਸ ਜੋਤ ਦਾ ਪ੍ਰਕਾਸ਼ ਤਿੰਨਾਂ ਭਵਨਾਂ 'ਚ ਹੈ, ਭਾਵ ਜੋ ਸਾਰੇ ਸੰਸਾਰ ਦੇ ਜੀਵਾਂ ਵਿੱਚ ਹੈ, ਜੋ ਚੇਤਨ ਸੱਤਾ, ਜੋ ਇੱਕ ਚੇਤਨ ਬ੍ਰਹਮ, ਜੋ ਪਰਮੇਸ਼ਰੀ ਸੱਤਾ ਕੁੱਲ ਮਖਲੂਕ, ਕੁੱਲ ਸੰਸਾਰ ਦੇ ਵਿੱਚ ਹੈ, ਉਸ ਦਾ ਮੈਨੂੰ ਅਹਿਸਾਸ ਹੋ ਗਿਆ, ਉਸ ਦੀ ਮੈਨੂੰ ਸੋਝੀ ਹੋ ਗਈ। ਅਤੇ ਪਤਾ ਹੈ ਏਡੀ ਵੱਡੀ ਸੋਝੀ ਦੀ ਦਾਤ ਮੈਨੂੰ ਕਿਵੇਂ ਪ੍ਰਾਪਤ ਹੋਈ, ਮੈਂ ਕਿਹੋ ਜਿਹਾ ਰਸ ਪੀਤਾ ਜਿਸ ਸਦਕਾ ਮੇਰਾ ਮਨ ਵਿਕਾਰਾਂ ਤੋਂ ਵੀ ਰਹਿਤ ਹੈ, ਅਤੇ ਤਿੰਨਾਂ ਭਵਨਾਂ ਵਿੱਚ ਜਗ ਦੀ ਜੋਤ, ਭਾਵ ਹਰ ਜੀਵ ਦੇ ਅੰਦਰ ਵੱਸਦੇ ਹੋਏ ਪਰਮੇਸ਼ਰ ਦੀ ਸੋਝੀ ਵੀ ਮੈਨੂੰ ਹੋ ਗਈ ਹੈ। ਕਬੀਰ ਜੀ ਮਹਾਰਾਜ ਉਸ ਰਸ ਦੀ ਦੱਸ ਪਾਉਂਦੇ ਨੇ, ਉਸ ਪਦਾਰਥ ਦੀ ਬਾਤ ਸੁਣਾਉਂਦੇ ਨੇ। ਉਹ ਕਿਵੇਂ ਤਿਆਰ ਕੀਤਾ ਜਾਂਦਾ ਹੈ, ਕਿਉਂਕਿ ਜੋਗੀ ਲੋਕ ਨਸ਼ਾ ਬਣਾਉਂਦੇ ਸਨ ਅਤੇ ਫਿਰ ਉਸ ਦਾ ਸੇਵਨ ਕਰਦੇ ਸਨ, ਅਤੇ ਬਾਹਰੀ ਸਹਾਰਾ ਪਦਾਰਥ, ਨਸ਼ੀਲਾ ਪਦਾਰਥ ਉਹਦਾ ਸਹਾਰਾ ਲੈ ਕੇ ਫਿਰ ਉਹ ਲਗਾਤਾਰ ਸਮਾਧੀ, ਲਗਾਤਾਰ ਅਟੰਕ ਇੱਕ ਜਗ੍ਹਾ 'ਤੇ ਬੈਠੇ ਰਹਿਣ ਦਾ ਅਭਿਆਸ ਕਰਦੇ ਸਨ। ਕਬੀਰ ਜੀ ਮਹਾਰਾਜ ਕਹਿੰਦੇ ਰਸ ਕਿਵੇਂ ਤਿਆਰ ਹੋਇਆ, ਮੈਂ ਉਸ ਦੀ ਦੱਸ ਪਾਉਂਦਾ। ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਗੁੜ ਕਰ ਗਿਆਨ ਧਿਆਨ ਕਰ ਮਹੂਆ, ਭਉ ਭਾਠੀ ਮਨ ਧਾਰਾ।
ਤਿੰਨ ਚੀਜ਼ਾਂ ਦਾ ਜ਼ਿਕਰ ਉਹਨਾਂ ਪਹਿਲੀ ਪੰਕਤੀ ਵਿੱਚ ਕੀਤਾ ਹੈ। ਜਿਵੇਂ ਸ਼ਰਾਬ ਆਦਿਕ ਨਸ਼ਾ ਪਦਾਰਥ ਤਿਆਰ ਕਰਨ ਵਾਸਤੇ ਕੁਝ ਸਹਾਇਕ ਪਦਾਰਥ ਲੈਣੇ ਪੈਂਦੇ ਨੇ। ਗੁੜ ਲੈ ਲਿਆ, ਜਿਸ ਦੀ ਸ਼ਰਾਬ ਬਣਾਈ ਜਾਣੀ ਹੈ। ਉਹਦੇ ਵਿੱਚ ਮਹੂਆ ਇੱਕ ਰੁੱਖ ਹੈ ਜਿਹਦੇ ਫੁੱਲ ਪਾਏ ਜਾਂਦੇ ਸਨ ਸ਼ਰਾਬ ਨੂੰ ਹੋਰ ਨਸ਼ੀਲਾ ਅਤੇ ਸਵਾਦਲਾ ਬਣਾਉਣ ਵਾਸਤੇ। ਫਿਰ ਭੱਠੀ ਚਾਹੀਦੀ ਹੈ ਜਿਸ ਉੱਤੇ ਸ਼ਰਾਬ ਕੱਢੀ ਜਾਣੀ ਹੈ। ਪਹਿਲੀ ਪੰਕਤੀ ਵਿੱਚ ਉਹਨਾਂ ਤਿੰਨ ਚੀਜ਼ਾਂ ਦਾ ਹੀ ਜ਼ਿਕਰ ਕੀਤਾ ਹੈ ਅਤੇ ਦੱਸਿਆ ਵੀ ਮੈਂ ਜਿਹੜਾ ਰਸ ਪੀਤਾ ਹੈ ਉਹ ਰਸ ਕਿਵੇਂ ਤਿਆਰ ਹੁੰਦਾ ਹੈ, ਉਹ ਕਿਹੜੀ ਭੱਠੀ ਹੈ ਜਿਸ ਉੱਤੇ ਬਣਦਾ ਹੈ, ਉਹ ਕਿਹੜਾ ਗੁੜ ਹੈ ਜਿਹਦੇ ਨਾਲ ਤਿਆਰ ਹੁੰਦਾ ਹੈ, ਉਹ ਕਿਹੜਾ ਮਹੂ ਹੈ ਜਿਹੜਾ ਉਹਦੇ ਵਿੱਚ ਪਾਇਆ ਜਾਂਦਾ ਹੈ। ਪਹਿਲੀ ਗੱਲ ਉਹਨਾਂ ਕਹੀ ਗਿਆਨ, ਗੁਰੂ ਦਾ ਉਪਦੇਸ਼। ਗੁਰੂ ਦਾ ਉਪਦੇਸ਼ ਉਹ ਪਦਾਰਥ ਹੈ ਜਿਸ ਵਿੱਚੋਂ ਨਾਮ ਦਾ ਰਸ ਟਪਕਦਾ ਹੈ। ਭਾਵ ਗੁਰੂ ਗਿਆਨ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅਤੇ ਮੇਰੇ ਵਾਸਤੇ ਗੁੜ ਕੀ ਹੈ? ਗੁੜ ਕਰ ਗਿਆਨ। ਗੁਰੂ ਦਾ ਉਹ ਉਪਦੇਸ਼ ਜਿਹੜਾ ਪਰਮੇਸ਼ਰ ਦੇ ਨਾਲ ਮੇਰੀ ਸਾਂਝ ਬਣਾਉਂਦਾ ਹੈ। ਅਰਥਕਾਰਾਂ ਨੇ ਇੱਥੇ ਗਿਆਨ ਸ਼ਬਦ ਦਾ ਅਰਥ ਕਰਦਿਆਂ ਲਿਖਿਆ ਹੈ ਪਰਮੇਸ਼ਰ ਦੇ ਨਾਲ ਡੂੰਘੀ ਸਾਂਝ ਬਣਾਉਣ ਵਿੱਚ ਜੋ ਸਹਾਇਤਾ ਕਰਦਾ ਹੈ ਉਪਦੇਸ਼, ਉਹਨੂੰ ਗਿਆਨ ਕਹਿੰਦੇ ਨੇ। ਇੱਥੇ ਗਿਆਨ ਦਾ ਅਰਥ ਸਧਾਰਨ ਨਹੀਂ, ਕਿਉਂਕਿ ਹਰ ਚੀਜ਼ ਦੇ, ਹਰ ਵਿਸ਼ੇ ਦੇ ਬਾਰੇ, ਹਰ ਵਸਤੂ ਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦਾ ਹਰ ਮਨੁੱਖ ਦੇ ਕੋਲ ਓਪੀਨੀਅਨ ਹੁੰਦਾ ਹੈ। ਜਿਵੇਂ ਕਿਸੇ ਚੀਜ਼ ਦੀ ਵਰਤੋਂ ਕਰਨ ਵਾਸਤੇ ਸਾਨੂੰ ਉਹਦੀ ਵਰਤੋਂ ਦੀ ਸੋਝੀ ਹੋਣੀ ਬੜੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਨਾਲ ਡੂੰਘੀ ਸਾਂਝ ਬਣੇ, ਇੱਕ ਰਿਲੇਸ਼ਨ ਬਣੇ, ਇੱਕ ਰਿਸ਼ਤਾ ਬਣੇ, ਉਹ ਸਾਡੇ ਅਤੇ ਪਰਮੇਸ਼ਰ ਦੇ ਵਿਚਕਾਰ ਜਿਹੜਾ ਪੁਲ ਦਾ ਕੰਮ ਕਰਦਾ ਹੈ, ਸਮਝ ਦਾ ਕੰਮ ਕਰਦਾ ਹੈ, ਸਾਨੂੰ ਉਸ ਦੀ ਸੋਝੀ ਬਖਸ਼ਦਾ ਹੈ। ਉਹ ਕੀ ਹੈ? ਗੁਰੂ ਦਾ ਉਪਦੇਸ਼, ਸਤਿਗੁਰੂ ਦੀ ਮੱਤ। ਸਤਿਗੁਰ ਕੀ ਜਿਸਨੋ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਗੁਰੂ ਦੇ ਉਪਦੇਸ਼ ਨੂੰ ਜਿਹੜਾ ਜੀ ਕਰਕੇ ਕਮਾ ਲਏ, ਮੰਨ ਲਏ, ਧਾਰਨ ਕਰ ਲਏ, ਤਿਸ ਅੰਤਰ, ਉਸ ਦੇ ਹਿਰਦੇ ਵਿੱਚ, ਉਸ ਦੇ ਵਜੂਦ ਵਿੱਚ ਰਵੈ, ਰਮ ਜਾਂਦਾ ਹੈ, ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ ਹਰ ਨਾਮਾ। ਪਰਮੇਸ਼ਰ ਦੀ ਹੋਂਦ ਦਾ ਅਹਿਸਾਸ, ਵਾਹਿਗੁਰੂ ਦਾ ਨਾਮ। ਮੇਰੇ ਮੀਤ ਗੁਰਦੇਵ ਮੂਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ। ਸਤਿਗੁਰੂ ਜੀ ਦੀ ਸਮਗਰ ਸਮੁੱਚੀ ਬਾਣੀ ਨੂੰ ਪੜ੍ਹਦੇ ਹਾਂ। ਗੁਰੂ ਕੋਲੋਂ ਕੀ ਮੰਗਿਆ ਗਿਆ? ਸਤਿਗੁਰੂ ਜੀ ਐਸੀ ਮੱਤ ਦਿਓ, ਐਸਾ ਉਪਦੇਸ਼ ਦਿਓ, ਜਿਸ ਉਪਦੇਸ਼ ਔਰ ਮੱਤ ਨੂੰ ਮੈਂ ਧਾਰਨ ਕਰਾਂ ਤੇ ਮੇਰੀ ਸਾਂਝ ਪਰਮੇਸ਼ਰ ਦੇ ਨਾਮ ਨਾਲ ਬਣ ਜਾਏ। ਸਤਿਗੁਰ ਦਾਤਾ ਰਾਮ ਨਾਮ ਕਾ, ਹੋਰ ਦਾਤਾ ਕੋਈ ਨਹੀਂ। ਸੋ ਗੁੜ ਕੀ ਹੈ? ਪਹਿਲਾ ਪਦਾਰਥ ਕੀ ਹੈ? ਗਿਆਨ, ਗੁਰੂ ਦਾ ਉਪਦੇਸ਼। ਫਿਰ ਹੁਣ ਗੁਰੂ ਦੇ ਉਪਦੇਸ਼ ਨੂੰ ਕਿਵੇਂ ਜੀਵਨ ਵਿੱਚ ਧਾਰਨ ਕੀਤਾ ਜਾਣਾ ਹੈ? ਦੂਜਾ ਸ਼ਬਦ ਵਰਤਿਆ, ਧਿਆਨ ਕਰ ਮਹੂਆ। ਮੇਰੇ ਵਾਸਤੇ ਮਹੂਏ ਦੇ ਫੁੱਲ ਕੀ ਹਨ? ਧਿਆਨ। ਧਿਆਨ ਦਾ ਅਰਥ ਹੁੰਦਾ ਇਕਾਗਰਤਾ, ਸੁਰਤ ਦਾ ਟਿਕਾਓ। ਜਦੋਂ ਗੁਰੂ ਦਾ ਉਪਦੇਸ਼ ਸਾਨੂੰ ਮਿਲਦਾ ਹੈ, ਉਹ ਉਪਦੇਸ਼ ਅਸਰ ਕਿਵੇਂ ਕਰਦਾ ਹੈ? ਉਹਨੇ ਐਸਟੈਬਲਿਸ਼ ਕਿਵੇਂ ਹੋਣਾ ਹੈ? ਪ੍ਰੈਕਟੀਕਲ ਕਿਵੇਂ ਹੋਣਾ ਹੈ? ਉਹਨੇ ਆਪਣਾ ਕਰਮ ਕਿਵੇਂ ਕਰਨਾ ਹੈ? ਉਸ ਉਪਦੇਸ਼ ਨੇ ਉਦੋਂ ਅਸਰ ਅੰਦਾਜ਼ ਹੋਣਾ ਹੈ ਸਾਡੇ ਜੀਵਨ 'ਤੇ ਜਦੋਂ ਸਾਡੀ ਸੁਰਤ ਦੀ ਇਕਾਗਰਤਾ ਗੁਰੂ ਸ਼ਬਦ ਵਿੱਚ ਬਣਦੀ ਹੈ। ਯਾਨੀ ਸੁਰਤ ਜਦੋਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦੀ ਹੈ, ਜਦੋਂ ਸੁਰਤ ਕਰਕੇ ਜੀਵ ਗੁਰੂ ਉਪਦੇਸ਼ ਨੂੰ, ਗੁਰੂ ਸ਼ਬਦ ਨੂੰ ਆਪਣੇ ਅੰਦਰ ਥਾਂ ਦਿੰਦਾ। ਇਸੇ ਕਰਕੇ ਤੁਸੀਂ ਵੇਖੋਗੇ ਸ਼ਬਦ ਅਤੇ ਸੁਰਤ ਦਾ ਬਾਰੰਬਾਰ ਗੁਰਬਾਣੀ ਵਿੱਚ ਜ਼ਿਕਰ ਮਿਲੇਗਾ। ਸ਼ਬਦ ਅਤੇ ਸੁਰਤ ਦੋਨੋਂ ਸ਼ਬਦ ਇਕੱਠੇ ਬੜੀ ਵਾਰ ਮਿਲਣਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਸਾਧ ਮਿਲੈ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਦੂਹੂ ਮਿਲ। ਕਹਿੰਦੇ ਦੋ ਚੀਜ਼ਾਂ ਦੇ ਮਿਲਾਪ ਤੋਂ ਕਾਰਜ ਉਪਜੈ, ਕਾਰਜ ਸੰਪੰਨ ਹੋ ਜਾਂਦਾ ਹੈ। ਰਾਮ ਨਾਮ ਸੰਜੋਗ, ਸਰਵ ਵਿਆਪਕ ਪਰਮੇਸ਼ਰ ਦੇ ਨਾਮ ਨਾਲ ਸਾਂਝ ਸੰਜੋਗ ਬਣ ਜਾਂਦਾ। ਉਹ ਦੋ ਚੀਜ਼ਾਂ ਕੀ ਨੇ? ਗੁਰੂ ਦਾ ਸ਼ਬਦ
ਸਿੱਖ ਦੀ ਸੁਰਤ, ਉਹਨੂੰ ਧਿਆਨ ਕਿਹਾ। ਸੁਰਤ ਵਿੱਚ ਇਕਾਗਰਤਾ ਨਾਲ ਗ੍ਰਹਿਣ ਕਰਨ ਦੀ ਜਿਹੜੀ ਤਾਕਤ ਹੈ ਸਾਡੇ ਅੰਦਰ, ਉਹ ਹੈ ਧਿਆਨ। ਤਾਂ ਪਹਿਲਾ ਪਦਾਰਥ ਹੋ ਗਿਆ ਗਿਆਨ, ਦੂਜਾ ਧਿਆਨ। ਹੁਣ ਗਿਆਨ ਜਿਹੜਾ ਉਹ ਗੁੜ ਹੈ, ਧਿਆਨ ਮਹੂਏ ਦੇ ਫੁੱਲ ਹਨ, ਤੇ ਹੁਣ ਇਹਨੂੰ ਬਣਾਉਣ ਵਾਸਤੇ ਭੱਠੀ ਚਾਹੀਦੀ ਹੈ। ਭਉ ਭਾਠੀ ਮਨ ਧਾਰਾ। ਮਨ ਜਦੋਂ ਭਉ ਨੂੰ ਧਾਰਨ ਕਰਦਾ ਹੈ, ਭਉ ਦਾ ਅਰਥ ਕੀ ਹੈ? ਅਦਬ। ਦੋ ਸ਼ਬਦ ਆਉਂਦੇ ਨੇ ਬਾਣੀ 'ਚ, ਇੱਕ ਭਾਉ, ਇੱਕ ਭਉ। ਭਾਉ ਦਾ ਅਰਥ ਹੈ ਪ੍ਰੇਮ, ਭਉ ਦਾ ਅਰਥ ਹੈ ਡਰ, ਭਾਵ ਅਦਬ। ਆਤਮਾ ਵਿੱਚੋਂ ਫੁੱਟਿਆ ਹੋਇਆ ਸਤਿਕਾਰ, ਉਹ ਰਿਸਪੈਕਟ ਜਿਹੜੀ ਮੇਰੇ ਅੰਦਰੋਂ ਪੈਦਾ ਹੋਈ, ਉਹ ਅਦਬ ਜਿਹੜਾ ਮੇਰੇ ਅੰਤਰ ਆਤਮੇ ਵਿੱਚੋਂ, ਪ੍ਰੇਮ ਵਿੱਚੋਂ ਉਪਜਿਆ। ਇੱਕ ਅਦਬ ਉਹ ਹੁੰਦਾ ਜਿਹੜਾ ਅਸੀਂ ਬਾਹਰੋਂ ਮੂੰਹ ਲਿਹਾਜ਼ ਨਾਲ ਕਰਦੇ ਹਾਂ ਵੀ ਸਤਿਕਾਰ ਕਰੋ, ਫਲਾਂ ਮਨੁੱਖ ਦਾ ਸਤਿਕਾਰ ਕਰੋ, ਸਤਿਕਾਰ ਨਾਲ ਬੁਲਾਓ, ਸਤਿਕਾਰ ਨਾਲ ਮਿਲੋ। ਹੋ ਸਕਦਾ ਹੈ ਕਿਸੇ ਮਨੁੱਖ ਨੂੰ ਆਪਾਂ ਮਿਲੀਏ, ਬਾਹਰੀ ਤੌਰ ਦੇ ਉੱਤੇ ਆਪਾਂ ਸਰੀਰਕ ਤੌਰ 'ਤੇ ਜਾਂ ਵਿਖਾਵੇ ਲਈ ਜਾਂ ਮੂੰਹ ਰੱਖਣ ਲਈ ਜਾਂ ਸਮਾਜਿਕ ਬੰਧਾਨ ਪੂਰਾ ਕਰਦੇ ਹਾਂ, ਅਸੀਂ ਉਹਦਾ ਸਤਿਕਾਰ ਕਰੀਏ। ਕੁਝ ਉਹਦੇ ਪੈਮਾਨੇ ਹੁੰਦੇ ਨਾ, ਪਰ ਹੋ ਸਕਦਾ ਹੈ ਅੰਦਰ ਮਨ ਵਿੱਚ ਉਸ ਮਨੁੱਖ ਦੇ ਪ੍ਰਤੀ ਸਾਡੇ ਅੰਦਰ ਕੋਈ ਸਤਿਕਾਰ ਦੀ ਭਾਵਨਾ ਨਾ ਹੋਵੇ। ਉਹ ਕੇਵਲ ਸਮਾਜਿਕ ਤੌਰ 'ਤੇ ਮੂੰਹ ਲਿਹਾਜ਼ ਨਾਲ ਇੱਕ ਸਾਂਝ ਬਣਾਈ ਰੱਖਣ ਲਈ ਵੀ ਮਨੁੱਖ ਹੈ, ਕਿਸੇ ਮਨੁੱਖ ਨੂੰ ਵੀ ਕਿਸੇ ਮਨੁੱਖ ਦੀ ਕਦੇ ਵੀ ਲੋੜ ਪੈ ਸਕਦੀ ਹੈ। ਜਾਨੀ ਇਹਨੂੰ ਆਪਾਂ ਕਹਿ ਸਕਦੇ ਹਾਂ ਮੂੰਹ ਰੱਖਣ ਲਈ, ਲਿਹਾਜ਼ ਲਈ, ਸਵਾਰਥ ਲਈ ਮਨੁੱਖ ਕਈ ਵਾਰ ਦੂਜੇ ਮਨੁੱਖ ਦਾ ਆਦਰ ਕਰਦਾ ਹੀ ਕਰਦਾ ਹੈ। ਪਰ ਜ਼ਰੂਰੀ ਥੋੜ੍ਹਾ ਵੀ ਸਾਡੇ ਅੰਦਰ ਵੀ ਉਸ ਮਨੁੱਖ ਦੇ ਪ੍ਰਤੀ ਆਦਰ ਦਾ ਭਾਵ ਹੋਵੇ। ਜੇ ਇਹੋ ਜਿਹਾ ਆਦਰ, ਜੇ ਇਹੋ ਜਿਹਾ ਅਦਬ ਅਸੀਂ ਪਰਮੇਸ਼ਰ ਦਾ ਰੱਖਦੇ ਵੀ ਦੁਨੀਆ ਭਾਈ ਰੱਬ ਰੱਬ ਕਰਦੀ, ਆਪਾਂ ਵੀ ਕਰਨਾ ਹੈ। ਜੇ ਅੰਦਰੋਂ ਸਤਿਕਾਰ ਨਹੀਂ ਤਾਂ ਮਹਾਰਾਜ ਨੇ ਉਹਨੂੰ ਅਦਬ ਨਹੀਂ ਮੰਨਿਆ। ਉਹਨੂੰ ਮੰਨਿਆ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ। ਇਹ ਲੋਕ ਲਾਜ ਹੈ। ਇਹ ਦੁਨੀਆ ਚੱਲ ਸਕਦੀ ਹੈ, ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦੀ। ਗੁਰੂ ਸਾਹਿਬ ਨੇ ਜਿਹੜਾ ਭਉ ਸ਼ਬਦ ਵਰਤਿਆ, ਉਹਦਾ ਕੀ ਅਰਥ ਹੈ? ਉਹ ਸਤਿਕਾਰ ਜਿਹੜਾ ਤੁਹਾਡੇ ਪ੍ਰੇਮ ਚੋਂ ਪੈਦਾ ਹੋਇਆ, ਜਿਹੜਾ ਤੁਹਾਡੀ ਆਤਮਾ ਚੋਂ ਫੁੱਟਿਆ, ਜਿਸ ਅਦਬ ਨੂੰ, ਜਿਸ ਸਤਿਕਾਰ ਨੂੰ ਤੁਹਾਡੇ ਅੰਦਰ ਦੇ ਪ੍ਰੇਮ ਨੇ ਪੈਦਾ ਕੀਤਾ ਹੈ। ਮਹਾਰਾਜ ਕਹਿੰਦੇ ਉਹ ਮਨ ਨੇ ਜਦੋਂ ਉਹ ਭਉ ਧਾਰਨ ਕਰ ਲਿਆ, ਉਹ ਅਦਬ ਧਾਰਨ ਕਰ ਲਿਆ, ਸਮਝੋ ਭੱਠੀ ਤਿਆਰ ਹੋ ਗਈ, ਜਿਸ ਭੱਠੀ ਉੱਤੇ ਇਹ ਰਸ ਤਿਆਰ ਕੀਤਾ ਜਾਣਾ ਹੈ। ਭਉ ਭਾਠੀ ਮਨ ਧਾਰਾ। ਫਿਰ ਹਜ਼ੂਰ ਨੇ ਫਰਮਾਇਆ ਸੁਖਮਨ ਨਾਰੀ। ਸੁਖਮਨ ਦਾ ਅਰਥ ਹੁੰਦਾ ਜਿਵੇਂ ਇੜਾ, ਪਿੰਗੁਲਾ, ਸੁਖਮਨਾ। ਸਵਾਸ ਇੱਕ ਨਾਸਕਾ ਰਾਹੀਂ ਖਿੱਚਣੇ, ਉਹਨਾਂ ਨੂੰ ਰੋਕਣਾ, ਫਿਰ ਇੱਕ ਨਾਸਕਾ ਦੇ ਰਾਹੀਂ ਉਹਨਾਂ ਸਾਹਾਂ ਨੂੰ ਉਤਾਰਨਾ। ਓਮ ਕਹਿੰਦਿਆਂ ਹੋਇਆਂ ਸਾਹ ਖਿੱਚੇ ਜਾਣੇ, ਸਾਹ ਨੂੰ ਰੋਕ ਕੇ ਰੱਖਣਾ, ਸਾਹ ਨੂੰ ਛੱਡਣਾ। ਇਹ ਇੱਕ ਪ੍ਰਾਣਾਯਾਮ ਦਾ ਅਭਿਆਸ ਹੈ ਯੋਗ ਮਤ ਵਿੱਚ। ਇੱਥੇ ਸੁਖਮਨ ਦਾ ਅਰਥ ਹੈ ਮਨ ਦਾ ਸੁਖ, ਆਤਮਿਕ ਆਨੰਦ, ਅੰਦਰ ਦਾ ਸਕੂਨ, ਅੰਦਰ ਦੀ ਸ਼ਾਂਤੀ, ਅੰਦਰ ਦਾ ਟਿਕਾਓ, ਜਿਹੜਾ ਬਣਾਉਟੀ ਨਹੀਂ, ਜਿਹਦੀ ਪ੍ਰੋਡਕਸ਼ਨ ਮੇਰੇ ਅੰਦਰੋਂ ਹੋਈ ਹੈ। ਸੁਖਮਨ ਨਾਰੀ ਸਹਿਜ ਸਮਾਨੀ। ਜਿਵੇਂ ਉਸ ਭੱਠੀ ਦੇ ਨਾਲ ਇੱਕ ਨਾਲੀ ਲੱਗੀ ਹੋਈ ਹੈ ਨਾ, ਜਦੋਂ ਜਿਹੜਾ ਰਸ ਭਾਂਡੇ 'ਚ ਪੈਂਦਾ, ਸ਼ਰਾਬ ਤਿਆਰ ਹੁੰਦੀ ਹੈ ਤੇ ਭਾਂਡੇ 'ਚ ਪੈਂਦੀ ਹੈ। ਮੇਰਾ ਮਨ ਜਦੋਂ ਸੁੱਖ ਦਾ ਅਨੁਭਵ ਕਰਦਾ ਹੈ, ਗੁਰੂ ਦੇ ਗਿਆਨ ਨਾਲ, ਪਰਮੇਸ਼ਰ ਦੇ ਅਦਬ ਨਾਲ, ਸੁਰਤ ਦੀ ਇਕਾਗਰਤਾ ਵਿੱਚੋਂ ਜਿਹੜਾ ਮੈਨੂੰ ਸੁੱਖ ਮਿਲਦਾ, ਉਹ ਸਮਝੋ ਨਾਲੀ ਲੱਗੀ ਹੋਈ ਹੈ, ਪਾਈਪ ਲੱਗੀ ਹੋਈ ਹੈ, ਜਿਹਦੇ ਰਾਹੀਂ ਰਸ ਚੋਂਦਾ, ਟਪਕਦਾ। ਸਹਿਜ ਸਮਾਨੀ, ਅਡੋਲਤਾ ਮੇਰੇ ਅੰਦਰ ਆ ਜਾਂਦੀ ਹੈ, ਟਿਕਾਓ ਆ ਜਾਂਦਾ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਨੇ ਸੁਖਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਇਸ ਰਸ ਨੂੰ ਕੌਣ ਪੀਂਦਾ? ਮੈਂ ਸਰੀਰ ਨਹੀਂ, ਮੇਰਾ ਮਨ ਪੀਂਦਾ। ਮਨ ਪੀਵਨ ਹਾਰਾ ਹੈ ਇਸ ਸ਼ਬਦ, ਇਸ ਰਸ ਦਾ।
ਤੁਸੀਂ ਜਿਹੜਾ ਨਸ਼ਾ ਅਦਿਕ ਰਸ ਪੀਂਦੇ ਹੋ ਫਿਜ਼ੀਕਲੀ ਸਰੀਰ ਨਾਲ ਪੀਂਦੇ ਹੋ ਤੇ ਉਹ ਸਰੀਰ ਤੇ ਅਸਰ ਕਰਦਾ ਹੈ। ਇਹ ਰਸ ਮੇਰਾ ਮਨ ਪੀਂਦਾ ਹੈ, ਇਹ ਮਨ ਦੇ ਪੀਣ ਦਾ ਰਸ ਹੈ। ਫਿਰ ਮਹਾਰਾਜ ਫਰਮਾਉਂਦੇ ਨੇ, ਦੋਏ ਪੁਰ ਜੋਰ ਰਸਾਈ ਭਾਟੀ। ਦੋ ਪੁੜ ਹੁੰਦੇ ਨੇ, ਜਿਵੇਂ ਧਰਤੀ ਆਕਾਸ਼, ਭਾਵ ਕੁੱਲ ਸੰਸਾਰ ਦੇ ਪਦਾਰਥਾਂ ਦਾ ਮੋਹ। ਇਹ ਜਿਵੇਂ ਭੱਠੀ, ਚੁੱਲ੍ਹੇ 'ਚ ਅੱਗ ਬਾਲਣੀ ਹੋਵੇ ਤੇ ਸਭ ਤੋਂ ਪਹਿਲਾਂ ਬਾਲਣ ਰੱਖ ਕੇ ਤੇ ਉਹਨੂੰ ਚਿੰਗਾੜੀ ਦਿੱਤੀ ਜਾਂਦੀ ਹੈ, ਅੱਗ ਛੁਆਈ ਜਾਂਦੀ ਵੀ ਇਹ ਲੱਕੜਾਂ ਨੂੰ ਅੱਗ ਲੱਗ ਜਾਏ। ਗਰੀਬ ਨਵਾਜ਼ ਕਹਿੰਦੇ ਨੇ, ਮੋਹ ਨੂੰ ਮੈਂ ਚੁਆਤੀ ਬਣਾਇਆ। ਦੋਏ ਪੁਰ ਜੋਰ ਰਸਾਈ ਭਾਠੀ, ਭੱਠੀ ਨੂੰ ਅੱਗ ਛੁਆਈ, ਲੱਕੜਾਂ ਨੂੰ ਅੱਗ ਛੁਆਈ, ਤੇ ਉਹ ਚੁਆਤੀ ਕੀ ਹੈ? ਮੋਹ। ਮੋਹ ਨੂੰ ਸਾੜ ਦੇਣਾ ਹੀ ਅੱਗ ਬਾਲਣਾ ਹੈ। ਦੋਏ ਪੁਰ ਜੋਰ ਰਸਾਈ ਭਾਠੀ, ਪੀਓ ਮਹਾਰਸ ਭਾਰੀ। ਮਹਾਰਾਜ ਕਹਿੰਦੇ ਨੇ, ਵੇਖੋ ਇਹ ਸਭ ਤੋਂ ਉੱਤਮ ਆਤਮਕ ਰਸ ਬਣਾਉਣ ਲਈ ਨਾ, ਜਿਹੜਾ ਮਨ ਨੂੰ ਮਸਤੀ ਵਿੱਚ ਰੱਖਦਾ ਹੈ, ਮੋਹ ਸਾੜਨਾ ਪੈਂਦਾ ਹੈ। ਅਟੈਚਮੈਂਟ ਗਲਤ ਪਾਸੇ ਦੀ, ਉਹ ਅਟੈਚਮੈਂਟ ਛੱਡਣੀ ਪੈਂਦੀ ਹੈ। ਵਿਕਾਰ ਤੋਂ ਦੂਰੀ ਬਣਾਉਣੀ ਪੈਂਦੀ ਹੈ। ਮਨ ਨੂੰ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਹੌਲੀ 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 ਦੂਰ ਜਾਣਾ ਪੈਂਦਾ ਹੈ। ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਦੋਏ ਕੀਏ ਜਲੇਤਾ। ਤੇ ਇਸ ਭੱਠੀ ਵਿੱਚ ਬਾਲਣ ਵਾਸਤੇ ਬਾਲਣ ਕਿਹਨੂੰ ਬਣਾਇਆ? ਕਾਮ ਦੀ ਵਾਸ਼ਨਾ ਨੂੰ ਤੇ ਕ੍ਰੋਧ ਦੇ ਸੁਭਾਅ ਨੂੰ। ਭਾਵ ਅੰਦਰ ਦਾ ਕ੍ਰੋਧ ਜਿਹੜਾ ਹਿੰਸਾ ਦਾ ਕਾਰਨ ਹੈ, ਕਲੇਸ਼ ਦਾ ਕਾਰਨ ਹੈ, ਨਫ਼ਰਤ ਦਾ ਕਾਰਨ ਹੈ। ਕ੍ਰੋਧ ਨੂੰ ਅਤੇ ਵਾਸ਼ਨਾ ਨੂੰ, ਭੈੜੀ ਵਾਸ਼ਨਾ ਨੂੰ, ਜਿਹੜਾ ਮਨ ਨੂੰ ਤੇ ਇੰਦਰੀਆਂ ਨੂੰ ਭਟਕਾਉਂਦਾ ਹੈ। ਕਾਮ ਤੇ ਕ੍ਰੋਧ ਦੋਵੇਂ ਬਾਲਣ ਬਣਾ ਕੇ ਇਸ ਭੱਠੀ ਵਿੱਚ ਮੈਂ ਬਾਲਣ ਡਾਹ ਦਿੱਤਾ ਤੇ ਮੋਹ ਦੀ ਚੁਆਤੀ ਲਾ ਦਿੱਤੀ ਹੈ। ਮੋਹ ਨੂੰ ਛੱਡ ਦੇਣਾ, ਇਹ ਅੱਗ ਹੈ। ਕਾਮ ਤੇ ਕ੍ਰੋਧ ਬਾਲਣ। ਕਾਮ ਕ੍ਰੋਧ ਦੋਏ ਕੀਏ ਜਲੇਤਾ, ਛੂਟ ਗਈ ਸੰਸਾਰੀ। ਇਸ ਲਈ ਸੰਸਾਰ ਦੇ ਪਦਾਰਥਾਂ ਵਿੱਚ ਭਟਕਣ ਵਾਲੀ, ਵਾਸ਼ਨਾ ਵਿੱਚ ਭਟਕਣ ਵਾਲੀ, ਹਿੰਸਾ ਕਰਨ ਵਾਲੀ, ਨਫ਼ਰਤ ਕਰਨ ਵਾਲੀ, ਭੇਦਭਾਵ ਕਰਨ ਵਾਲੀ ਇਹ ਭੈੜੀ ਸੰਸਾਰਕ ਬਿਰਤੀ ਮੇਰੀ ਛੁੱਟ ਗਈ। ਇਸ ਤੋਂ ਖਹਿੜਾ ਛੁੱਟ ਗਿਆ, ਇਸ ਤੋਂ ਦੂਰੀ ਬਣ ਗਈ। ਫਿਰ ਹਜ਼ੂਰ ਕਹਿੰਦੇ ਨੇ, ਪ੍ਰਗਟ ਪ੍ਰਗਾਸ। ਪ੍ਰਗਟ ਦਾ ਮਤਲਬ ਹੈ ਉਜਾਗਰ ਹੋਣਾ। ਕੋਈ ਚੀਜ਼ ਹੈ, ਜਿਵੇਂ ਜ਼ਮੀਨ ਦੇ ਵਿੱਚ ਪਾਣੀ ਹੈ, ਪਰ ਉਸ ਨੂੰ ਜ਼ਮੀਨ ਤੋਂ ਬਾਹਰ ਪ੍ਰਗਟ ਕਰਨ ਵਾਸਤੇ ਅਸੀਂ ਸਾਧਨ ਵਰਤਦੇ ਹਾਂ। ਪਹਿਲਾਂ ਲੋਕ ਖੂਹ ਪੁੱਟਦੇ ਸਨ, ਹੁਣ ਇਲੈਕਟ੍ਰੋਨਿਕ ਮਸ਼ੀਨਾਂ ਦੇ ਨਾਲ ਅਸੀਂ ਜ਼ਮੀਨ ਦੇ ਵਿੱਚੋਂ ਬੋਰ ਕਰਕੇ ਪਾਣੀ ਬਾਹਰ। ਪਾਣੀ ਤੇ ਹੈ, ਅਸੀਂ ਉਹਨੂੰ ਪੈਦਾ ਨਹੀਂ ਕੀਤਾ, ਅਸੀਂ ਉਹਨੂੰ ਪ੍ਰਗਟ ਕੀਤਾ। ਉਹਨੂੰ ਪ੍ਰਗਟ ਕਰਨ ਲਈ ਸਾਨੂੰ ਕੋਈ ਤਕਨੀਕ ਵਰਤਣੀ ਪਈ, ਕੋਈ ਜੁਗਤ ਵਰਤਣੀ ਪਈ। ਲੱਕੜ ਦੇ ਵਿੱਚ ਅੱਗ ਹੈ, ਪਰ ਲੱਕੜ ਦੇ ਵਿੱਚੋਂ ਅੱਗ ਪ੍ਰਗਟ ਕਰਨ ਵਾਸਤੇ ਸਾਨੂੰ ਉਹਨੂੰ ਬਾਹਰੋਂ ਅੱਗ ਛੁਹਾਉਣੀ ਪਈ। ਹਰ ਤਰ੍ਹਾਂ ਦੇ ਦੁੱਧ ਵਿੱਚ ਘਿਓ ਦੀ ਮਾਤਰਾ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਦੁੱਧ ਨੂੰ ਜਾਗ ਲਾਈ, ਦਹੀਂ ਬਣਾਇਆ, ਫਿਰ ਰਿੜਕਿਆ ਤੇ ਮੱਖਣ ਘਿਓ ਪ੍ਰਗਟ ਹੋ ਗਿਆ। ਸਾਡੇ ਅੰਤਰ ਆਤਮੇ ਵਿੱਚ ਪਰਮੇਸ਼ਰ ਦੀ ਸੱਤਾ ਮੌਜੂਦ ਹੈ, ਵਿਵੇਕ ਦਾ ਅੰਸ਼ ਮੌਜੂਦ ਹੈ। ਗੁਰੂ ਦਾ ਸ਼ਬਦ ਅਤੇ ਸ਼ਬਦ ਦਾ ਅਭਿਆਸ ਉਹਨੂੰ ਅੰਦਰੋਂ ਪ੍ਰਗਟ ਕਰ ਦਿੰਦਾ। ਪ੍ਰਗਟ ਪ੍ਰਗਾਸ, ਉਹਨੂੰ ਕੋਈ ਪੈਦਾ ਨਹੀਂ ਕਰਦਾ, ਉਹਨੂੰ ਪ੍ਰਗਟ ਕਰਦਾ। ਸਤਿਗੁਰੂ ਕਹਿੰਦੇ ਨੇ, ਪ੍ਰਗਟ ਪ੍ਰਗਾਸ। ਅੰਦਰੋਂ ਪਰਮੇਸ਼ਰ ਵਾਹਿਗੁਰੂ ਦੇ ਹੋਂਦ ਦਾ ਅਹਿਸਾਸ ਪ੍ਰਗਟ ਹੋ ਗਿਆ, ਉਹਦਾ ਪ੍ਰਕਾਸ਼ ਹੋ ਗਿਆ ਮੇਰੇ ਹਿਰਦੇ ਵਿੱਚ। ਗਿਆਨ ਗੁਰ ਗੰਮਿਤ। ਪਰ ਇਹ ਕਦੋਂ ਹੋਇਆ? ਜਦੋਂ ਗੁਰੂ ਦੇ ਗਿਆਨ ਤੱਕ ਗਮਤਾ, ਗੰਮਤ ਕਹਿੰਦੇ ਨੇ ਪਹੁੰਚ ਹੋਣੀ। ਜਦੋਂ ਮੇਰੀ ਰਸਾਈ, ਮੇਰੀ ਪਹੁੰਚ ਗੁਰੂ ਦੇ ਗਿਆਨ ਤੱਕ ਹੋਈ, ਸਤਿਗੁਰ ਤੇ ਸੁੱਧ ਪਾਈ। ਕਬੀਰ ਜੀ ਮਹਾਰਾਜ ਕਹਿੰਦੇ, ਇਸ ਆਤਮਕ ਰਸ ਦੀ ਪ੍ਰਾਪਤੀ ਦੀ ਸਾਰੀ ਵਿਧੀ, ਸਾਰੀ ਸੁੱਧ, ਸਾਰੀ ਖਬਰ, ਸਾਰਾ ਭੇਤ ਮੈਨੂੰ ਸਤਿਗੁਰੂ, ਸੱਚੇ ਗੁਰੂ ਦੇ ਪਾਸੋਂ ਪ੍ਰਾਪਤ ਹੋਇਆ। ਗੁਰੂ ਦੀ ਮਿਹਰ ਵਿੱਚੋਂ ਪ੍ਰਾਪਤ ਹੋਇਆ, ਗੁਰੂ ਦੀ ਬਖਸ਼ਿਸ਼ ਵਿੱਚੋਂ ਪ੍ਰਾਪਤ ਹੋਇਆ, ਸਤਿਗੁਰੂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੋਇਆ। ਦਾਸ ਕਬੀਰ ਤਾਸ ਮਦ ਮਾਤਾ। ਮਦ ਕਹਿੰਦੇ ਹਨ ਨਸ਼ੇ ਨੂੰ, ਮਾਤਾ ਮਸਤ ਰਹਿੰਦਾ ਹੈ। ਪਰਮੇਸ਼ਰ ਦਾ ਇਹ ਦਾਸ, ਗੁਰੂ ਦਾ ਇਹ ਸੇਵਕ ਕਬੀਰ
ਐਸੇ ਆਤਮਕ ਨਸ਼ੇ ਵਿੱਚ, ਐਸੇ ਰਸ ਵਿੱਚ ਸਦਾ ਮਸਤ ਰਹਿੰਦਾ ਹੈ ਜਿੱਥੇ ਕਾਮ, ਕ੍ਰੋਧ, ਮੋਹ, ਲੋਕ ਲਾਜ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਹਨ। ਜਿੱਥੇ ਗੁਰੂ ਦਾ ਸ਼ਬਦ ਹੈ, ਮਨ ਦਾ ਸਕੂਨ ਹੈ, ਟਿਕੀ ਹੋਈ ਸੁਰਤ ਹੈ, ਸਹਿਜ ਹੈ, ਆਤਮਕ ਆਨੰਦ ਹੈ, ਅੰਦਰ ਦਾ ਟਿਕਾਊ ਹੈ, ਇਹ ਅਦੁੱਤੀ ਗੁਣ ਜਿੱਥੇ ਹਨ, ਇਸ ਆਤਮਕ ਨਸ਼ੇ ਵਿੱਚ, ਰਸ ਵਿੱਚ ਮਨ ਸਦਾ ਹੀ ਮਸਤ ਹੈ, ਚੜ੍ਹਦੀ ਕਲਾ ਵਿੱਚ ਹੈ। ਫਿਰ ਕਹਿੰਦੇ ਉਚਕ ਨਾ ਕਬਹੂ ਜਾਈ। ਤੇ ਇਹ ਅਵਸਥਾ ਮੇਰੀ ਇਸ ਅਵਸਥਾ 'ਚ ਖਲਲ ਨਹੀਂ ਪੈਂਦਾ, ਟੁੱਟਦੀ ਨਹੀਂ। ਇਹ ਅਵਸਥਾ ਲਗਾਤਾਰ ਬਣੀ ਹੋਈ ਹੈ, ਅਟੰਗ, ਲਗਾਤਾਰ, ਨਿਰੰਤਰ। ਜਾਨੀ ਇਹ ਸਹਿਜ ਦੀ ਅਵਸਥਾ ਸਦਾ ਹੀ ਬਣੀ ਹੋਈ ਹੈ। ਬਾਹਰੀ ਕਿਸੇ ਵੀ ਪ੍ਰਭਾਵ ਦੇ ਨਾਲ ਇਸ ਅਵਸਥਾ 'ਚ ਕੋਈ ਵਿਘਨ ਨਹੀਂ ਪੈਂਦਾ। ਦੁੱਖ ਆਏ, ਸੁੱਖ ਆਏ, ਕੋਈ ਵੀ ਬਾਹਰ ਹਾਲਾਤ ਹੋਣ, ਕੋਈ ਵੀ ਸਿਚੁਏਸ਼ਨ ਹੋਵੇ, ਮੇਰਾ ਅੰਤਰ ਆਤਮਾ ਸਦਾ ਹੀ ਇਸ ਆਨੰਦ ਨੂੰ ਮਾਣਦਾ ਹੈ, ਇਸ ਰਸ ਵਿੱਚ ਮਸਤ ਰਹਿੰਦਾ ਹੈ। ਮੇਰੇ ਅੰਦਰ ਦੀ ਇਸ ਮਸਤੀ ਵਿੱਚ ਕੋਈ ਵਿਘਨ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕੋਈ ਬਾਹਰੀ ਪ੍ਰਭਾਵ ਇਸ ਦਾ ਖੰਡਨ ਨਹੀਂ ਕਰਦਾ, ਕੋਈ ਇਹਨੂੰ ਖੰਡਿਤ ਨਹੀਂ ਕਰਦਾ। ਇਹ ਨਿਰੰਤਰ ਧਿਆਨ ਦੀ ਇਕਾਗਰਤਾ ਬਣੀ ਹੋਈ ਹੈ। ਸਾਹਿਬ ਕਿਰਪਾ ਕਰਨ। ਭਗਤ ਕਬੀਰ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਬੜਾ ਅਦੁੱਤੀ ਉਪਦੇਸ਼ ਰੱਬੀ ਗੁਣਾਂ ਨੂੰ ਕਮਾਉਣ ਦਾ ਅਤੇ ਉਹਦੇ ਲਈ ਜੋ ਸਹਾਇਕ ਅਭਿਆਸ ਹੈ, ਔਰ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਤੇ ਬਰਕਤ ਇਸ ਅਭਿਆਸ ਲਈ ਗੁਰੂ ਦੇ ਸ਼ਬਦ ਦੀ ਸੋਝੀ ਤੇ ਜੁਗਤ ਹੈ, ਉਸ ਦਾ ਬਹੁਤ ਸੁੰਦਰ ਵਿਖਿਆਨ ਕੀਤਾ ਹੈ। ਮਹਾਰਾਜ ਮਿਹਰ ਕਰਨ, ਇਹ ਉਪਦੇਸ਼ ਸਾਡੇ ਮਨ ਅੰਤਰਾਤਮਾ ਦਾ ਹਿੱਸਾ ਬਣੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੇ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।